ਬਖਸ਼ਿਸ਼ ਮਿਹਰ ਕਿਰਪਾ ਹੋਈ ਹੈ। ਸਤਸੰਗਤ ਦੇ ਮਹਾਨ ਕੁੰਭ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ 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 ਜਗੇ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਜਨ ਆਵਨ ਕਾ ਇਹ ਸੁਆਓ जन के संचित आवे नाव आप मुक्त मुक्त करे संसार नानक कस जन कौ सदा नमस्कार हो बलिहारी सतगुर पूरे शरण के दाते वचन के सूरे। तन तन साहिब श्री गुरु गोबिंद सिंह महाराज के पातशाह जी उन्होंने आगुआ पुरब दियां संगतां समूची लुकाए नूं लख लख ਵਧਾਈਆਂ ਹੋਣ। ਸਤਿਗੁਰ ਕਿਰਪਾ ਕਰੇ ਸਮੁੱਚੀ ਲੁਕਾਈ ਤੇ ਆਪਣਾ ਮੇਰਾ ਭਰਿਆ ਹੱਥ ਰੱਖੇ, ਗੁਰਸਿੱਖੀ ਜੀਵਨ ਬਖਸ਼ ਕੇ ਰੱਖੇ। ਸੋ ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਗੁਰਮੁਖੋ ਹਰ ਸਾਲ ਦੀ ਤਰ੍ਹਾਂ ਅਗਾਧ ਬੁੱਧ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੇ ਸਮੇਂ ਨਿਰੋਗ ਸਮਾਪਤੀ ਹੋਈ ਹੈ, ਭੋਗ ਪਾਏ ਗਏ ਆ। ਸੋ ਆਓ ਕੁਝ ਸਮਾਂ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਜੀਵਨ ਦੀ ਅਮਰ ਕਥਾ ਜਿਹੜੀ ਹੈ ਵਿਚਾਰੀਏ। ਤਨਕਾ ਮਾਤਰ ਵਿਚਾਰ, ਐਸਾ ਕੋਈ ਸ਼ਬਦ ਨਹੀਂ, ਭਾਸ਼ਾ ਨਹੀਂ, ਕੋਈ ਅੱਖਰ ਨਹੀਂ ਐਸੇ ਜਿਨ੍ਹਾਂ ਅੱਖਰਾਂ ਤੇ ਜਿਹੜੀ ਭਾਸ਼ਾ ਨਾਲ, ਜਿਹੜੇ ਸ਼ਬਦਾਂ ਨਾਲ ਦਸ਼ਮੇਸ਼ ਪਿਤਾ ਮਹਾਰਾਜ ਜੀ ਪਾਤਸ਼ਾਹ ਜੀ ਦੀ ਵਡਿਆਈ ਹੋ ਸਕੇ। ਗੁਰੂ ਸਾਹਿਬਾਨਾਂ ਦਾ ਇਤਿਹਾਸ ਜਿਹੜਾ ਹੈ ਉਹ ਲੰਘ ਚੁੱਕੇ ਸਮੇਂ ਨਾਲ ਸੰਬੰਧ ਨਹੀਂ ਰੱਖਦਾ। ਧਿਆਨ ਨਾਲ ਸੁਣਿਓ ਬੇਨਤੀਆਂ। ਸਤਿਗੁਰਾਂ ਦਾ ਅਮਰ ਜੀਵਨ ਜਿਹੜਾ ਹੈ, ਇਤਿਹਾਸ ਜਿਹੜਾ ਹੈ, ਉਹ ਲੰਘ ਚੁੱਕੇ ਸਮੇਂ ਨਾਲ ਸੰਬੰਧ ਨਹੀਂ ਰੱਖਦਾ ਜੀ। ਹਿਸਟਰੀ, ਇਤਿਹਾਸ ਲੰਘ ਚੁੱਕੇ ਸਮੇਂ ਦੀ ਹੁੰਦੀ ਹੈ। ਜੋ 20-50 ਸਾਲ ਲੰਘ ਜਾਣ ਕਿਸੇ ਕੰਮ ਹੋਏ ਨੂੰ ਉਹ ਇਤਿਹਾਸ ਬਣ ਜਾਂਦਾ। ਜਿਵੇਂ ਹੁਣ ਆਹ ਧਰਨਾ ਲਾਇਆ ਸੀ, ਸਾਲ ਤੋਂ ਉੱਪਰ ਲੱਗਿਆ, ਦਿੱਲੀ ਧਰਨਾ ਲਾਇਆ ਸੀ ਮੋਰਚਾ, ਕਿਸਾਨ ਮਜ਼ਦੂਰ ਵੀਰਾਂ ਨੇ ਰਲ ਮਿਲ ਕਰਕੇ ਇਤਿਹਾਸ ਬਣ ਗਿਆ, ਰਚਿਆ ਗਿਆ ਜੀ। ਅੱਗੇ ਜਾ ਕੇ ਗੱਲਾਂ ਹੋਇਆ ਕਰਨਗੀਆਂ ਕਿ ਲੱਗਿਆ ਸੀ। ਤੇ ਜਿਹੜੇ ਪਿਛਲੇ ਇਤਿਹਾਸ ਨੇ ਉਹ ਆਪਾਂ ਭੁੱਲੀ ਜਾਂਦੇ ਹਾਂ। ਪਿਛਲੀ ਹਿਸਟਰੀ ਕਿਤਾਬਾਂ ਪੜ੍ਹਦੇ ਹਾਂ, ਜਿਹੜੀ ਅਸੀਂ ਪੜ੍ਹਿਆ ਹਿਸਟਰੀ ਉਹ ਅੱਜ ਦੇ ਬੱਚੇ ਨਹੀਂ ਪੜ੍ਹਦੇ, ਜਿਹੜੀ ਅਸੀਂ ਪੜ੍ਹੀ ਸੀ ਉਹਨਾਂ ਨੇ ਪਿਛਲਿਆਂ ਨੇ ਨਹੀਂ ਪੜ੍ਹੀ। ਬਦਲੀ ਜਾਂਦਾ ਹੈ। ਗੁਰੂ ਸਾਹਿਬਾਨਾਂ ਦਾ ਇਤਿਹਾਸ ਜਿਹੜਾ ਹੈ ਇਹ ਅਮਰ ਜੀਵਨ ਹੈ ਜੀ, ਅਮਰ ਕਥਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰਿੱਠਾ ਮਿੱਠਾ ਕੀਤਾ ਸੀ ਨਹੀਂ ਕੀਤਾ, ਉਹ ਤਾਂ ਅੱਜ ਵੀ ਹੈਗਾ, ਉਹ ਤਾਂ ਅੱਜ ਵੀ ਆ। ਮਹਾਰਾਜ ਨੇ ਆਪਣੇ ਹਸਤ ਕੰਮ ਦੇ ਨਾਲ ਪੰਜੇ ਨਾਲ ਪਹਾੜ ਰੋਕਿਆ, ਤਾਂ ਉਹ ਤਾਂ ਅੱਜ ਵੀ ਕਾਇਮ, ਅੱਜ ਵੀ ਨਿਸ਼ਾਨੀ ਹੈਗੀ ਆ, ਉਹ ਕਿਹੜਾ ਮਿਟ ਗਈ। ਭਾਵ ਕਿ ਜੀ ਗੁਰੂ ਸਾਹਿਬ ਜੀ ਦੀ ਜੋ ਗੁਰਬਾਣੀ ਉਪਦੇਸ਼ ਜਿਹੜਾ ਅਮਰ ਜੀਵਨ ਜਿਹੜਾ ਉਹ ਅਮਰ ਹੈ ਜੀ, ਰਹਿੰਦੀ ਦੁਨੀਆ ਤੱਕ ਉਹਨੇ ਅਮਰ ਰਹਿਣਾ। ਇਹ ਲੰਘ ਚੁੱਕੇ ਸਮੇਂ ਨਾਲ ਸੰਬੰਧ ਨਹੀਂ ਰੱਖਦਾ। ਅਮਰ ਜੀਵਨ ਹੈ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ ਉਹਨਾਂ ਦੇ ਅਮਰ ਜੀਵਨ ਦੀ ਆਪਾਂ ਵਿਚਾਰ ਐਸੇ ਸ਼ਬਦ ਨਹੀਂ ਕਰ ਸਕੇ, ਤੜਕਾ ਮਾਤਰ ਥੋੜੀ ਬਹੁਤੀ ਕਰ ਸਕਨੇ। ਇਤਨੇ ਪਰਉਪਕਾਰ ਨੇ ਦਸ਼ਮੇਸ਼ ਪਿਤਾ ਜੀ ਦੇ ਕੀਤੇ ਹੋਏ ਸਾਡੇ ਤੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਮਹਾਰਾਜ ਜੀ ਪਾਤਸ਼ਾਹ ਜੀ ਦਸ਼ਮੇਸ਼ ਪਿਤਾ ਸਤਿਯੁਗ ਦੇ ਵਿੱਚ ਬੈਠੇ ਸਨ ਤਪੱਸਿਆ ਕਰਨ। ਕਲਯੁਗ ਬੀਤ ਗਿਆ ਸੀ 6000 ਸਾਲ। ਹੁਣ ਆਪਾਂ ਕਹਿੰਦੇ ਆ ਵੀ ਸਬਤ ਸ੍ਰਿੰਗ ਸੋਭਤ ਹੈ ਸਮਾਂ ਤਹਾ, ਕਿ ਬਾਜਾਂ ਵਾਲਿਆਂ ਨੇ ਹੇਮਕੁੰਟ ਤੇ ਤਪੱਸਿਆ ਕੀਤੀ। ਉੱਥੇ ਮਾਰਾ ਸਿੱਧੇ ਨਹੀਂ ਬਹਿ ਗਏ, ਜਾ ਕੇ ਪਹਿਲਾਂ ਤਿਆਰੀ ਹੋਈ। ਕਿੱਥੋਂ ਤਿਆਰੀ ਹੋਈ ਹੈ ਜੀ? ਪਿਛਲੇ ਜੀਵਨ ਦੀ ਜੋ ਕਥਾ ਹੈ ਮਹਾਰਾਜ ਦੀ, ਆਪ ਮਹਾਰਾਜ ਜੀ ਪਾਤਸ਼ਾਹ ਜੀ ਦੱਸਦੇ ਨੇ, ਆਪ ਮੈਂ ਆਪਣੀ ਕਥਾ ਬਖਾਨੋ, ਅਬ ਮੈਂ ਆਪਣੀ ਕਥਾ ਬਖਾਨੋ।
ਪਹਿਲਾਂ ਮਹਾਰਾਜ ਨੇ ਹੋਰ 24 ਅਵਤਾਰਾਂ ਦੀ ਕਥਾ ਦੱਸੀ ਵਿਜੇਤਰ ਨਾਟਕ ਦੇ 10 ਗ੍ਰੰਥ ਦੇ ਵਿੱਚ। ਉਸ ਤੋਂ ਬਾਅਦ ਬਾਜਾਂ ਵਾਲੇ ਨੇ ਆਪਣਾ ਜੀਵਨ ਵਰਣਨ ਕੀਤਾ ਹੈ। ਉਹ ਕਹਿੰਦੇ ਭਾਈ ਹੁਣ ਮੇਰੀ ਗੱਲ ਵੀ ਸੁਣੋ, ਹੁਣ ਸਾਡੀ ਕਥਾ ਵੀ ਸੁਣੋ। ਤਪ ਸਾਧਤ ਜੈ ਵਿਦ ਮੋਹਿਆਨੋ, ਉਹ ਕਹਿੰਦੇ ਸੀ ਤਪ ਸਾਧ ਰਹੇ ਸੀ, ਤਪੱਸਿਆ ਕਰ ਰਹੇ ਸੀ, ਭਜਨ ਕਰਦੇ ਸੀ ਅਕਾਲ ਪੁਰਖ ਪਰਮੇਸ਼ਰ ਦਾ। ਸਾਨੂੰ ਬੰਦਗੀ ਕਰਦਿਆਂ ਨੂੰ ਲਿਆਉਂਦਾ ਗਿਆ, ਅਸੀਂ ਆਏ ਨਹੀਂ, ਅੰਨੋਂ ਲਿਆਉਂਦਾ ਹੈ ਸਾਨੂੰ। ਚਿਤਨਾ ਭਇਓ ਹਮਰੋ ਆਵਨ ਕਾ, ਚੁਭੀ ਰਹੀ ਪ੍ਰੀਤ ਪ੍ਰਭ ਚਰਨਨ ਮੈਂ। ਸਾਡਾ ਮਨ ਨਹੀਂ ਸੀ ਕਰਦਾ ਸੰਸਾਰ ਵਿੱਚ ਆਉਣ ਨੂੰ, ਸਾਡੀ ਪ੍ਰੀਤ ਜਿਹੜੀ ਸੀ, ਪਿਆਰ ਜਿਹੜਾ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਲੱਗਾ ਹੋਇਆ ਸੀ, ਸਾਨੂੰ ਲੈ ਕੇ ਜਾਂਦਾ ਹੈ। ਅਸੀਂ ਆਉਣਾ ਨਹੀਂ ਸੀ ਚਾਹੁੰਦੇ। ਫਿਰ ਆਏ ਵੀ ਕਿਵੇਂ? ਮੈਂ ਆਪਣਾ ਸਤ ਤੋਹੇ ਨਵਾਜਾ। ਪਰਮਾਤਮਾ ਨੇ ਸਾਨੂੰ ਆਪਣਾ ਪੁੱਤ ਬਣਾ ਕੇ ਭੇਜਣਾ ਕੀਤਾ ਹੈ। ਸੋ ਗੁਰਮੁਖ ਪਿਆਰੋ, ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਜੀਵਨ ਦਾ ਵਰਣਨ ਕਿਸੇ ਭਾਸ਼ਾ 'ਚ, ਕਿਸੇ ਸ਼ਬਦਾਂ ਦੇ ਵਿੱਚ ਸੰਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ। ਸੋ ਐਸੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ ਬਾਜਾਂ ਵਾਲੇ ਵਰਗਾ ਸੰਸਾਰ ਵਿੱਚ ਨਾ ਕੋਈ ਆਇਆ ਤੇ ਨਾ ਕੋਈ ਆਉਂਦਾ। ਰਹਿੰਦੀ ਦੁਨੀਆ ਤੱਕ ਸਤਿਗੁਰਾਂ ਦਾ ਇਤਿਹਾਸ ਜਿਹੜਾ ਅਮਰ ਹੈ ਜੀ। ਜੋ ਮਾਰਗ ਚਲਾਇਆ ठाड़ पयो मैं, जोर कर वचन का सिरनाए, पंथ चले तब जगत में, जब तुम करो सहाय। मार्ग ਦੇ ਚਰਨਾਂ 'ਚ ਇਹ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ, ਫਿਰ ਜਿਹੜਾ ਤੁਸੀਂ ਮਾਰਗ ਚਲਾਉਣ ਨੂੰ ਕਹਿ ਰਹੇ ਹੋ, ਜੇ ਤੁਸੀਂ ਮਿਹਰਾਂ ਦਾ ਕਿਰਪਾ ਦਾ ਹੱਥ ਸਾਡੇ ਸਿਰ ਤੇ ਰੱਖੋਗੇ ਤਾਂ ਚੱਲੇਗਾ। ਦਸ਼ਮੇਸ਼ ਪਿਤਾ ਵਰਗਾ ਕੋਈ ਨਹੀਂ ਹੋ ਸਕਦਾ। ਮਾਂ ਗੁਜਰੀ ਤੇਰੇ ਜਨ ਵਰਗਾ, अपनी कथा दस रहे आ किवें संसार विच आए जी, किवें हेमकुंट साहिब ते गए, किवें महाराज जी पातशाह नूं दुनिया आ दुनियावी मात रोग दे विच लिआंदा गया परमेश्वर दे वल्लों। राजे सी, राजियां दा आपां पता भी सुभाव हुंदा है। पिछले समय दे विच अपने राज दरबार को कवि रखदे, विद्वान पंडित रखदे सन, कथा सुनदे सन। कथा सुनदे सुनदे किते कथा दे विच वचन आ गया, तपो राज राजों नरक, के तप करके राज मिलता है, राज तो बाद अगला जन्म जिहड़ा जी नरक है। ये जदों वचन आ गया ना जी कथा दे विच, हुण दशमेश पिता पिछले जन्म की कथा आखदा कि विद्वान पंडित नूं इहदा कोई इलाज, जे हुण मैं राजा तप करके राज मिलिया, राज तो बाद मैं नरकां दे जन्म जाना, सट वजी मन ते भी करिए की? कहंदे फिर इक्के राज भजन करो, परमेश्वर दा बंदगी करो। फिर बैठे सन जी गोदावरी, गोद जमावरी, ऋषियां मुनियां दी गोद दे विचों निकलण वाली नदी जिहड़ी आ गोदावरी दे नदी, दशमेश पिता कंढे गोदावरी नदी दे कंढे बह गए। हिस्टोरिकल पॉइंट ने नंदेड़ साहब, हजूर साहब जिहड़ा आपां सचखंड श्री हजूर साहब है ना जी,
उस स्थान ते तीन इतिहासक पिंड ने साडे नाल संबंध साडे इतिहास दे नाल। पहला जी वो जगह जिथे दशमेश पिता ने बंदगी आरंभ की, भजन शुरू किया जी, उत्थे वो जगह ते भजन फिर ऐसा शुरू करया, बंदगी ऐसी शुरू की कि हेमकुंड साहब की तैयारी हो गई। पहली नहीं महाराज जी पातशाह जी सचखंड हेमकुंड साहब बैठे जाके सिमरन एक ऐसी चीज है प्रेमियों, सिमरन दे नाल बंदा अपने शरीर तो परे हो जाता। जे कोई मन करके करता है, पखंड बड़ा करते हैं मेरे वर्गे, जे कोई मन करके करता है, सिमरन ने सानू शरीर तो देह मुक्त कर देना, शरीर तो परा कर देना, क्योंकि सगल दुख को कारण दे, सारे दुखों का कारण ही देह है। जितना समा साडे शरीर दे नाल साडा लगाव है ना, साडा दुख सुख लगता रहूगा। बाणी कहती है नानक दुख सुख व्यापत नहीं, जिथे आत्म राम प्रकाश। उथे दुख सुख नहीं व्यापते जिथे अंदर आत्म प्रकाश हो जाता है परमेश्वर का, परमात्मा का। उथे हुण हेमकुंड साहब का कोई 4 घंटे नहीं रह सकता जी जाके सदा। हुण महाराज इन्ने 3 युग किवें बैठे रहे, चौथा युग आ गया सी कल युग, 7 युग दीयां गल्लां ने। महाराज एवें नहीं बह गए जाके। फिर सिमरन दे नाल ऐसी कृपा हुई कि शरीर नालों संबंध टुट गया। हेमकुंड साहब जी जाने की तैयारी हुई, जिवें डॉक्टर ऑपरेशन करता है ना साडा, जे उहदा सुन कर लिया उन्हें तां बंदा पिया रहेगा आराम नाल, जे ना सुन कीता शरीर नूं चीकां मारनियां ने। डॉक्टर साडे शरीर नूं सुन कर दिंदा, असीं देह तो परा हो जाने, दुख सुख नहीं पता लगता, आपां कहना भी सुन करना, उन्हें साडा शरीर दे नाल साडा संपर्क तोड़ देना। इसे तरह सिमरन की गल जपजी साहब किन्ने पढ़न वाले आपां बैठे आ, जपजी साहब की गुरबाणी जिहड़ी है गुरु नानक साहब जी ने 37.5 साल की उम्र के उच्चारण की है, पर गुरु ग्रंथ साहब जी के अगे लिखी गई है, आरंभता दे विच लिखी गई है। इसदा भी कोई कारण है, उदों पहला वार ने बहुत सारी बाणी उचार दी सी, पर अगे क्यों लिखी है? जपजी साहब ने एक काम करना प्रेमियों, जपजी साहब ने सानू देह मुक्त कर देना। जो कि संपूर्ण तौर पर जाप करता है, विचारदा है ना जपजी साहब का, देह मुक्त हो जाएंगे, दुख सुख लगनों हट जाना, सिर ठंडी ठंड गर्मी कुछ नहीं लगना जी, उनकी कृपा होती है। जपजी साहब ने आह काम कर देना है। इस तरह सिमरन है, सिमरन ने सानू देह मुक्त कर देना, शरीर का लगाओ जिहड़ा हटा देना जी। सो उत्थे महाराज बैठ के दम बंदगी करन बैठे जी। वो जगह जिहड़ी है 3 हिस्टोरिकल पॉइंट ने। पहले जामे का गुरु साहब जी का तप स्थान है हजूर साहब, ते दूसरा वो है जी जिथों गुरु गोबिंद सिंह महाराज जी पातशाह जी ने गुरु ग्रंथ साहब जी को गुरता गति बख्शिश की है, जिथों महाराज ने वचन किए है जी, सब सिखों को हुक्म है गुरु मान्यो, गुरु ग्रंथ जी मान्यो प्रगट गुरां की। सिखा अज तो बाद किसी शरीर नूं गुरु नहीं मनना, अज तो बाद तो गुरु ग्रंथ साहब जी नूं गुरु मनना है। जो गुरु नानक साहब जी ने बूटा लाया ना, मार्ग शुरू किया जी, शब्द गुरु सुरत भन चेला, शब्द नूं गुरु बनाया गुरु नानक साहब जी ने। जानते हो दशमेश पिता गुरमुख प्यारे हो, वही सर सानू कह गया जी, सब नूं ये बेनती नहीं हुक्म है, सब नूं हुक्म है अज तो बाद गुरु ग्रंथ साहब जी नूं हुक्म मनना। मनना भी किवें है? प्रगट मनना है, गुरु साहब जी नूं अपने अंग संग समझना है। दूसरा प्यारीगल पैंट जिहड़ा बाजा वाले ने गुरु ग्रंथ साहब जी नूं गुरता गति बख्शिश की। तीसरा जी, तीसरा संबंध है उसे स्थान तो दशमेश पिता जी धन गुरु गोबिंद सिंह महाराज के पास उस स्थान तो सचखंड को बयाना किए सन दे ही गए है जी महाराज के पातशाह जी। तो उत्थे महाराज बैठे जी, फिर हेमकुंड साहब जाने की तैयारी हुई सी, ऐसी बंदगी की, फिर देह तो मुक्त हो गए, फिर परमेश्वर ने भेजना किया, फिर एवें नहीं संसार में आए। वो कहते हैं जी साढ़े माता पिता ने तिन जो करी अलग की सेवा ताते प्रसन्न भये गुरुदेवा।
उन्होंने ऐसी अलख निरंजन परमेश्वर परमात्मा की बंदगी की। साडे माता पिता ने वो प्रसन्न होए, खुश होए। उन्होंने साडे परमात्मा की जोत को अपने घर में लियाउण वास्ते इतनी बंदगी की। 32 साल हो गए सन गुरु तेग बहादुर महाराज च पातशाह जी उन्होंने विआह होया, घर में कोई बच्चा नहीं सी जी। 28 साल तप किया गुरु तेग बहादुर महाराज ने, एवं नहीं हो आए। साल तो 2-4 लंघ जान, विआह तो बाद बहुत कुछ हो जाता परिवार ने। 28 साल जप किया, तप किया महाराज ने। 32 साल हो गए सन विआह में। फिर कहते जब ही जात तरवैणी भये, वो कहते तरवैणी के प्रयागराज जिथे 3 नदियां का मेल है, इलाहाबाद। जब ही जात तरवैणी भये पुण्य दान दिन करत बते। जद कहते साडे माता पिता तरवैणी भाव इलाहाबाद उथों ये डूंघियां विचारां ने ये वचन पूरा करने वास्ते गुरु नानक साहब जी का, गुरु तेग बहादुर महाराज जी आनंदपुर साहब तो तुरे। कोई भी गुरु साहबान प्रचार जिथे भी करन गए है ना जी, जिथे जिथे भी उदासियां कीतियां, प्रचार किया, अपने परिवार को नाल लैके नहीं गए। ये वचन जिहड़ा सी गुरु नानक साहब जी ने जो कीता सी ना सालसराय जौहरी नूं, जदों महाराज उहदे घर जाके ठहरे सी, महाराज तुरन लगे गुरु नानक साहब जी, जौहरी ने आख्या सी महाराज ना जाओ। तीसरा वचन सी, तीसरी बारी जदों मां तुरन लगे कहते ना जाओ, महाराज कहते भी जौहरी हुण जाना पैना है, अगे बड़े कारज ने। वो कहते फिर जे जाना फिर एक वचन कर दो भी वापस कदों आओगे। सालसराय जौहरी कहता गुरु नानक साहब आखन लगे भी वापस आउण दा तेरे नाल वचन नहीं कर सकते, वापस नहीं आ जावे चलदा। वो कहते फिर जे आउणा नहीं फिर या तां वचन दिओ या फिर जाओ। फिर कहते एक वचन कर लैंदे आ तेरे नाल भी इस जामे च नहीं आउणा, 10वें जामे विच आके तेरे घर प्रगट होवांगे। आखो सतनाम। सालसराय जौहरी नाल कीता होया वचन जिहड़ा सी ना कौल करार कीता होया गुरु नानक साहब जी दा, वो वचन पूरा करने वास्ते 9वीं जो 9वें गुरु नानक गुरु तेग बहादुर महाराज अपने परिवार नूं नाल लैके आनंदपुर साहब तो तुरे जी पटना साहब ते जांदे जांदे ठहरे किथे इलाहाबाद। वो कहते जब ही जात तरवैणी भये पुण्य दान दिन करत बताए। साडे माता पिता उत्थे ठहरे आके काफी समा रहे ते उत्थे उन्होंने दान पुण्य कीते जी, दान पुण्य। वो कहते फिर तही प्रकाश हमारा भयो इलाहाबाद रहिंदे आ, इलाहाबाद रहिंदे आ। साडी माता गुजर कौर उन्हां दी पावन कुख दे विच साडी जोत आई। बजेतर नाटक की कथा है। तही प्रकाश हमारा भयो, उत्थे जोत आई है जी इलाहाबाद ते पटना शहर विखे भव लियो। पटने शहर विच पटने शहर भाव सालसराय जौहरी दी हवेली विच साडा आउणा होया। उत्थे आके भाव साडा जन्म आपां पंजाबी च भाषा समझ आ जाए, उत्थे साडा जन्म होया। जोत इलाहाबाद आई है ते पटना शहर विखे भव लियो, उत्थे साडा जन्म होया। सो गुरमुख प्यारो दशमेश पिता जी ने दुष्ट दम बाजा वाले शाही शहनशाह बादशाह दरवेश गुरु गोबिंद सिंह हक हक हालाल आदेश गुरु गोबिंद सिंह उन्हां दा आउणा होया संसार दे विच। ते गुरमुख प्यारिओ फिर कारज शुरू हुए संसार नूं तारन दे। बड़े कौतुक 14वां सियापा तकरीबन काफ़ी समय तो सतगुरां दे जीवन दी विचार करते आ रहे हैं। पटना साहब की धरती ते पंजाब की धरती तो 1200 मील दूर, इतनी दूर जाके गुरु साहब जी को प्रकाश लैण की लोड़ क्यों पई? आ जिहड़ा वचन आपां विचारे आ ना गुरु नानक साहब दा कीता होया सालसराय जौहरी नाल, वो पूरा करन गए सन। बाकी 9 गुरु साहबान जिहड़े जन्म ने प्रकाश ने पंजाब की धरती ते ने। गुरु नानक साहब जी का प्रकाश जिहड़ा आपां जाणदे आ राय भोज दी तलवंडी ननकाणा साहब, गुरु अंगद साहब जी बस रखे, गुरु अमरदास महाराज जी पातशाह जी सराय नांगा, गुरु रामदास महाराज जी पातशाह जी सराय नांगा, गुरु रामदास महाराज जी पातशाह जी चूना मंडी लाहौर, 5वें पातशाह श्री अमृतसर साहब, 6वें पातशाह बडाली पिंड दे विच। ते गुरमुख प्यारो
7वें ते 8वें पातशाह, 7वें ते 8वें पासा श्री कीरतपुर साहब, उन्हों का आगमन होया। ते गुरमुख प्यारो गुरु तेग बहादुर का प्रकाश जिहड़ा होया जी ਅੰਮ੍ਰਿਤਸਰ ਸਾਹਿਬ ਹੋਇਆ। पंजाब की धरती के 9 गुरु साहिबाना के प्रकाश ने। दशमेश पिता का प्रकाश जिहड़ा गुरमुख प्यारिओ पटना साहब की धरती से पंजाब की धरती तो 1200 मील दूर उन्होंने प्रकाश होया, औड़ा होया संसार के उत्ते। इधर 1200 मील दूर कढ़ाल पिंड का रहने वाला एक मुसलमान फकीर, पुगी हुई रूह परमेश्वर नाल मिलिया होया स्वरूप जिहड़ा है, अमृत वेले का प्रकाश है गुरु साहब जी का। वो अमृत वेले उठिया, नमाज का समा नहीं सी होया, उठिया जी अमृत वेले चढ़दे वल नूं मूंह कर करके सिजदे करदा है। चेलिया ने कहा पीर जी अज की हो गया, समा नहीं होया नमाज का, तुसीं पहले समय तो पहला सिजदा कर रहे हो कि पुठे पासे हो के। खुदा का मुहम्मद साहब का मक्के विच पश्चिम विच रहंदे ने, दखण दे सारी का वासा पश्चिम अलय मुकामा, दिल में खोज दिलो दिल खोजो यही ठौर मुकामा। ते वो फकीर कहता जी अल्लाह दी जोत ने वटने विच जन्म
चढ़ाव तो अपने चेलियां नूं नाल लैके एक मुसलमान फकीर जाके बह गया दरवाजे दे विच। गया भी किद्दां, हुण तां 100 साधन ने रस्ते दे विच, सरावां बड़ियां ने, धर्मशाला ने, होटल ने, रेस्टोरेंट ने, 100 प्रबंध ने, खाण पीण दे, रैस्ट करन दे, रहण दे। ते गुरमुख प्यारिओ पैदल गया नहीं, तुर के भुखा तिहाया उत्थे पहुंच गया, दरवाजे ते बह गया जाके। 1 महीना 10 दिन इतने समय दे विच पहुंचे आ जी। 40 दिनां दे विच पैदल यात्रा करके दशमेश पिता दे दर्शन करने लिए गया, दरवाजे ते बह गया। ते गुरमुख प्यारिओ जाके वेखिया बेअंत संगत आ रही ने, खुशियां वंडियां जा रही ने, दान पुण्य कीते जा रहे ने, क्योंकि 32 साल बाद घर विच बच्चा होना किन्नी कुछ खुशी होएगी। वार नहीं किसी को गुरु साहब जी का मुख दिखाया गया, लाही नूर चेहरा कोई नहीं दिखाया गया किसी को। ये गुरमुखो दरवाजे ते जाके बह गया। मामा कृपाल दास जी सतकार जो सतगुरां दे मामा जी दरवाजे ते बूहे ते आए। आओ जी फकीर जी। वो आखन लगे पुरखा प्यारिया तुहाडे घर खुदा है। ਉਹਨੇ नहीं किया भी तुहाडे करके बच्चा ਜਾਂ लड़का पैदा होया, नहीं। जाके ਉਹਨੇ किया आखन लग्या पुरखा प्यारिया तुहाडे घर खुदा आया, मैनू ਉਹਦੇ दर्शन करा दे, मैं ਉਹਦੇ दर्शन करना चाहना। ਤੇ ਮਨ ਵਿੱਚ ਉਹਨਾਂ ਨੇ ਸੋਚਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਘਰੇ ਨਹੀਂ ਸਨ, ਸਾਮ ਦੇ ਵਿੱਚ ਗਏ ਸਨ ਰਾਜਿਆਂ ਨੂੰ ਸੰਧੀ ਕਰਵਾਉਣ ਦੇ ਲਈ, ਮਹਾਰਾਜ ਘਰੇ ਨਹੀਂ ਸਨ। ਤੇ ਨਾਲੇ ਇਹ ਵੀ ਹੈ ਕਿ ਮੁਸਲਮਾਨ ਫਕੀਰਾਂ ਦੇ ਕੋਲ ਕਾਲਾ ਇਲਮ ਹੁੰਦਾ ਹੈ। ਸਮਾਂ ਵੀ ਕਾਫੀ ਭੈੜਾ ਚੱਲ ਰਿਹਾ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸੀ ਕੁਝ ਸਮਾਂ ਪਹਿਲਾਂ। ਡਰਦੇ ਸਨ ਤੇ ਜਾ ਕੇ ਮਾਤਾਵਾਂ ਨੂੰ ਕਿਹਾ ਕਿ ਮਾਤਾ ਜੀ ਬਾਹਰ ਇੱਕ ਫਕੀਰ ਆਏ ਨੇ। ਉਹਨਾਂ ਨੇ ਨਹੀਂ ਆਖਿਆ ਕਿ ਤੁਹਾਡੇ ਘਰ ਲੜਕਾ ਪੈਦਾ ਹੋਇਆ, ਉਹਨਾਂ ਦੇ ਵਚਨ ਨੇ ਕਿ ਤੁਹਾਡੇ ਘਰ ਖੁਦਾ ਆਇਆ, ਪਰਮੇਸ਼ਰ ਆਇਆ ਹੈ, ਅੱਲਾ ਆਇਆ, ਮੈਨੂੰ ਉਹਦੇ ਦਰਸ਼ਨ ਕਰਾ ਦਿਓ। ਤੇ ਉਹ ਡਰ ਗਏ। ਮਾਤਾ ਜੀ ਮਾਤਾ ਨਾਨਕੀ, ਮਾਤਾ ਗੁਜਰ ਕੌਰ। ਨਾਨਕੀ ਨਾਮ ਸਾਡੇ ਇਤਿਹਾਸ ਵਿੱਚ 2 ਨੇ ਪ੍ਰੇਮੀਓ। ਜਿੱਥੇ ਬੇਬੇ ਨਾਨਕੀ ਨਾਮ ਆਉਂਦਾ ਉੱਥੇ ਸਮਝੀਏ ਕਿ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ। ਬੇਬੇ ਆਪਾਂ ਭੈਣ ਨੂੰ ਕਹਿੰਦਾ ਪਿਛਲੀਆਂ ਭਾਸ਼ਾਵਾਂ ਦੇ ਵਿੱਚ ਸਿਆਣੇ ਕਹਿੰਦੇ ਸਨ। ਤੇ ਜਿੱਥੇ ਮਾਤਾ ਨਾਨਕੀ ਨਾਮ ਆਉਂਦਾ ਜੀ ਉੱਥੇ 6ਵੇਂ ਪਾਤਸ਼ਾਹ ਜੀ ਦੇ ਘਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਉਹ ਨਾਲ ਸਨ। ਉਹ ਆਖਣ ਲੱਗੇ ਨਹੀਂ ਜੀ ਦਰਸ਼ਨ ਨਹੀਂ ਕਰਾਉਣੇ। ਉਹਨੂੰ ਜਵਾਬ ਦੇ ਦਿਓ, ਜਾ ਕੇ ਉਹਨੂੰ ਕਹਿ ਦਿਓ ਵੀ ਜੋ ਮਰਜ਼ੀ ਭੇਟਾ ਲੈ ਜਾ, ਜੋ ਮਰਜ਼ੀ ਲੈ ਜਾ, ਪਰ ਬੱਚੇ ਦੇ ਗੋਬਿੰਦ ਰਾਏ ਦੇ ਦਰਸ਼ਨ ਨਹੀਂ ਕਰਾਉਣਾ। ਤੇ ਜਾ ਕੇ ਉਹਨੇ ਕਿਹਾ ਫਕੀਰ ਨੂੰ, ਸਤਿਕਾਰਯੋਗ ਮਾਮਾ ਕਿਰਪਾਲ ਦਾਸ ਜੀ ਨੇ ਆਖਿਆ ਫਕੀਰਾ ਅੰਦਰੋਂ ਜਵਾਬ ਮਿਲ ਗਿਆ, ਤੁਹਾਨੂੰ ਦਰਸ਼ਨ ਨਹੀਂ ਹੋ ਸਕਦੇ, ਤੁਸੀਂ ਜੋ ਮਰਜ਼ੀ ਭੇਟਾ ਲੈ ਜਾਓ, ਚਲੇ ਜਾਓ। ਉਹ ਕਹਿੰਦੇ ਮੈਂ ਨਹੀਂ ਜਾਂਦਾ। ਕਹਿੰਦੇ ਭੇਟਾ ਜੋ ਮਰਜ਼ੀ ਲੈ ਜਾਓ, ਜਾਓ। ਉਹਨੇ ਆਖਿਆ ਨਾ ਜੀ ਫਕੀਰ ਨੇ, ਇੱਕ ਮੁਸਲਮਾਨ ਫਕੀਰ ਭੀਖਣ ਸ਼ਾਹ ਆਖਣ ਲੱਗਿਆ ਪੁਰਖਾ ਹੁਣੇ ਚਲਾ ਜਾਣਾ। ਏਦਾਂ ਕਰ, ਜੇ ਤਾਂ ਖੁਦਾ ਦੇ ਦਰਸ਼ਨਾਂ ਦੇ ਬਰਾਬਰ ਦੀ ਕੋਈ ਚੀਜ਼ ਹੈ ਤੇਰੇ ਕੋਲੇ ਮੈਨੂੰ ਦੇ ਦੇ, ਮੈਂ ਹੁਣੇ ਚਲਾ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਸ਼ਮੇਸ਼ ਪਿਤਾ ਦੇ ਦਰਸ਼ਨਾਂ ਦੀ ਤਾਂਗ ਤੇ ਅਸੀਂ ਐਵੇਂ ਇਤਨੇ ਵੱਡੇ ਗੁਰੂ ਦਾ ਦੁਆਰਾ ਚਰਨ ਛੱਡ ਕੇ ਇੱਧਰ ਉੱਧਰ ਜਾਂਦੇ ਚੰਗੇ ਨਹੀਂ ਲੱਗਦੇ। ਇੱਕ ਮੁਸਲਮਾਨ ਫਕੀਰ ਹੋ ਕੇ ਵਾਜਾਂ ਵਾਲੇ ਦੇ ਚਰਨਾਂ 'ਚ ਪਹੁੰਚ ਗਿਆ। ਅਜੇ ਮਹਾਰਾਜ ਜੀ ਪਾਤਸ਼ਾਹ ਜੀ 40-41 ਦਿਨਾਂ ਦੇ ਉਹ ਆਖਣ ਲੱਗਿਆ ਜੇ ਤੇਰੇ ਕੋਲ ਖੁਦਾ ਦੇ ਦਰਸ਼ਨਾਂ ਦੀ ਬਰਾਬਰ ਦੀ ਕੋਈ ਚੀਜ਼ ਹੈ ਮੈਨੂੰ ਦੇ ਦੇ, ਮੈਂ ਹੁਣੇ ਚਲਾ ਜਾਂਦਾ। ਉਹ ਕਹਿੰਦੇ ਵੀ ਭੀਖਣ ਸ਼ਾਹ ਨੂੰ ਆਖਿਆ ਵੀ ਐਸੀ ਕੋਈ ਚੀਜ਼ ਨਹੀਂ, ਐਸੀ ਕੋਈ ਚੀਜ਼ ਨੂੰ ਮੈਂ ਤੈਨੂੰ ਕੀ ਦਵਾਂ। ਉਹ ਕਹਿੰਦੇ ਫਿਰ ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕੰਮ ਕਰਨ ਦੇ। ਬਹਿ ਗਿਆ ਜੀ ਦਰਵਾਜ਼ੇ ਤੇ। ਆਖਣ ਲੱਗਿਆ ਪੁਰਖਾ ਜਿੰਨਾ ਟਾਈਮ ਨਾ ਦਰਸ਼ਨ ਨਹੀਂ ਨਾ ਕਰਾਉਂਦਾ ਮੈਂ ਜਾਂਦਾ ਨਹੀਂ, ਮੈਂ ਜਾਂਦਾ ਨਹੀਂ। ਬਰਾਕ ਦੇ ਵਿੱਚ ਉੱਥੇ ਬਹਿ ਗਏ ਜੀ, ਉੱਥੇ ਬਹਿ ਗਏ। ਫਿਰ ਐਸੇ ਬਹਿ ਗਏ ਦਰਵਾਜ਼ੇ ਦੇ ਵਿੱਚ ਸਾਲਸਰਾਏ ਜੋਰੀ ਦੀ ਹਵੇਲੀ ਜਿੱਥੇ ਗੁਰੂ ਸਾਹਿਬ ਜੀ ਦਾ ਆਗਮਨ ਹੋਇਆ। ਬਹਿ ਗਏ। ਕਹਿੰਦੇ ਆ ਜੀ 3 ਦਿਨ ਬੀਤ ਗਏ ਬਰਾਕ ਦੇ ਅਥਰੂ ਨੇ। ਜਿਹਨੂੰ ਤਾਂ ਹੁੰਦੀ ਆ ਪਰਮੇਸ਼ਰ ਨੂੰ ਖੁਦਾ ਦੀ ਮਿਲਣ ਦੀ, ਉੱਪਰੋਂ ਜਿੰਨੇ ਮਰਜ਼ੀ ਫਿਰੀ ਜਾਈਏ ਅਸੀਂ ਜੀ। ਪੱਕਾ ਸੁੱਚਾ ਗੁਰੂ ਪੂਰਾ ਹੋ ਬਲਿਹਾਰੀ ਸਤਿਗੁਰ ਪੂਰੇ,
चरण के दाते दाता देख के ना तेरिया मन समाध हो गया। हट करके बह गया जमदा नहीं। फिर चलो मन्ने माता जी अंदरों भी चलो ऐदा करियो कि फकीर नूं गोबिंद राय नूं हत्थां 'च ना पकड़ायो, दूरियों दर्शन करायो। 5 मिनटां ਦੀ समाप्ति है, संखेप जी विचार आपां करिए। दूरियों दर्शन करायो, तन होणगे जी हत्थ जिन्हां विच गुरु साहब जी ने पहली वारी आउणा कीता है। धन होणगीਆਂ ਅੱਖਾਂ जिन्हां ने दशमेश पिता ਦੇ दर्शन ਕੀਤੇ, ददारे ਕੀਤੇ। ਇਹ ਗੁਰਮੁਖ ਪਿਆਰਿਓ, ਮਾਮਾ ਕਿਰਪਾਲ ਦਾਸ ਜੀ ਨੇ ਗੁਰੂ ਸਾਹਿਬ ਜੀ ਨੂੰ ਮਖਮਲੀ ਕੋਮਲ ਕੱਪੜਿਆਂ ਨੂੰ ਲਪੇਟਣਾ ਕੀਤਾ, ਚੁੱਕਿਆ, ਬਾਹਰ ਲਿਆਂਦੇ ਆ ਤੇ ਲਿਆ ਕੇ ਫਕੀਰ ਦੇ ਸਾਹਮਣੇ ਕੀਤਾ ਨਾ ਜੀ। ਅੰਦਰੇ ਅੱਖਾਂ ਦੇ ਨੇਤਰਾਂ ਦੇ ਨਾਲ ਹੀ ਗੱਲਾਂ ਵਿਚਾਰਾਂ ਕੀਤੀਆਂ ਫਕੀਰ ਨੇ, ਭੀਖਣ ਸਾਹਿਬ ਫਕੀਰ ਨੇ ਦਸ਼ਮੇਸ਼ ਪਿਤਾ ਦੇ ਨਾਲ। ਐ ਖੁਦਾ ਪਰਮੇਸ਼ਰ ਜੀ, ਤੁਸੀਂ ਸੰਸਾਰ ਦੇ ਵਿੱਚ ਆਇਓ, ਸੰਸਾਰ ਦੇ ਵਿੱਚ ਤੁਸੀਂ ਆਇਓ, ਮੈਂ ਧੰਨ ਹੋ ਗਿਆ ਤੁਹਾਡੇ ਦੀਦਾਰ ਕਰਕੇ। ਤੇ ਕਹਿੰਦੇ ਆ ਜੀ 2 ਕੁੱਜੇ ਕੱਢੇ ਉਹਨਾਂ ਨੇ, 2 ਕੁੱਜੇ ਮਹਾਰਾਜ ਦੇ ਅੱਗੇ ਕਰ ਦਿੱਤੇ ਦਸ਼ਮੇਸ਼ ਪਿਤਾ ਦੇ। ਇਹ 40-41 ਦਿਨਾਂ ਦੀ ਉਮਰ ਹੈ, 42-43 ਦਿਨਾਂ ਦੀ ਉਮਰ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ। ਅੱਗੇ ਕੀਤੇ ਨਾ ਜੀ 2 ਕੁੱਜੇ ਜਾਂ ਕੁੱਜੀਆਂ ਕਹਿ ਲੋ। ਤੇ ਦਸ਼ਮੇਸ਼ ਪਿਤਾ ਨੇ ਆਪਣੇ ਹੱਥ ਕਮਲ ਕੱਢੇ ਜੀ, ਉਹ ਦੋਹਾਂ ਕੁੱਜੀਆਂ ਤੇ ਹੱਥ ਰੱਖ ਦਿੱਤੇ। ਆਖੋ ਸਤਿਨਾਮ। ਪਰਚਾ ਪਾ ਦਿੱਤਾ। ਐ ਖੁਦਾ ਜੀ, ਤੁਸੀਂ ਸੰਸਾਰ ਦੇ ਵਿੱਚ ਆਏ ਹੋ, ਆ ਤਾਂ ਗਏ ਹੋ, ਹੁਣ ਮੈਨੂੰ ਇਹ ਦੱਸ ਦੇ ਤੁਸੀਂ ਕਿਹਦਾ ਪੱਖ ਲਓਗੇ, ਕਿਹਦਾ ਪੱਖ ਲਓਗੇ? ਹਿੰਦੂਆਂ ਦੇ ਹੋ ਜਾਂ ਮੁਸਲਮਾਨਾਂ ਦੇ ਹੋ, ਮੁਸਲਮਾਨ ਵੀਰਾਂ ਦੇ ਹੋ ਜਾਂ ਹਿੰਦੂਆਂ ਦੇ ਹੋ? ਪਰਚਾ ਪਾਤਾ ਤੇ ਦਸ਼ਮੇਸ਼ ਪਿਤਾ ਨੇ ਗੁਰਮੁਖੋ ਦੋਹੇ ਆਪਣੇ ਹੱਥ ਕਮਲ ਉਹ ਕੁੱਜਿਆਂ ਤੇ ਰੱਖ ਦਿੱਤੇ। ਜਵਾਬ ਮਿਲ ਗਿਆ ਕਿ ਸਾਨੇ ਆ, ਕਿ ਸਿੱਖ ਦੇ ਨੇ। ਤੇ ਗੁਰਮੁਖ ਪਿਆਰੇ, ਫਿਰ ਧੰਨ ਹੋਣਗੇ ਉਹ ਨੇਤਰ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਨੇ ਪਹਿਲੀ ਵਾਰੀ ਦੀਦਾਰੇ ਹੋਏ। ਕਾਰਨ ਤੋਂ ਕਾਰਜ ਪੈਦਾ ਹੁੰਦਾ ਹੈ ਜੀ, ਕਾਰਨ ਤੋਂ ਕਾਰਜ ਪੈਦਾ ਹੁੰਦਾ ਹੈ। ਪਹਿਲਾਂ ਕਾਰਨ ਬਣਿਆ, ਫਿਰ ਕਾਰਜ ਬਣਿਆ। ਇੱਕ ਫਕੀਰ ਦੇ ਕਾਰਨ ਲੱਖਾਂ ਸੰਗਤਾਂ ਨੂੰ
दिदारे हुए महाराज दे बाहर आए ने सच्चे पातशाह जी। लख लख बधाइयां ने, खुशी दे शहनाए बाजे वजन लगे, शहनाइयां वजन लगियां जी। तेरे आउण दी दाता जी बधाई हो। ज्यों ही गुरु साहब ने अपने हस्त कमल रखे ना जी, उन्हां कुजियां ते पीर जी भीखण साहब फकीर धरती दे विच धसदा जांदा है। इन्ना वजन, इतना वजन ते कहदा सच्चे पातशाह खुदा परमेश्वर अल्लाह पाक, मैं तुहानू परचा पाता, मैं तुहानू पेपर पाया, परचा पाया, कृपा रखियो मैनू ना परचा पा दिओ। सतनाम श्री वाहिगुरू। मैं तुहानू परचा पाता की देओ, हुण कृपा रखियो मैं परचे च ना आवां, मेहर करी। ते नाले सच्चे पातशाह खुदा परमेश्वर तुहाडी उम्र अजे 42-43 दिनां दी है, मेरी उम्र हो गई है विरध। मेहर रखी मालका, ऐ अल्लाह पाक कृपा रखी। जिन्ना टाइम तुसी ਵੱਡੇ ਹੋ ਕੇ ਉਪਦੇਸ਼ ਨਾ ਕਰਨ ਲੱਗ ਜਾਓ ਨਾ, ਸੰਸਾਰ ਨੂੰ ਤਾਰਨ ਨਾ ਲੱਗ ਜਾਓ, ਉਪਦੇਸ਼ ਦੇ ਕੇ ਮੈਨੂੰ ਜਿਉਂਦਾ ਰੱਖਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤੁਹਾਡਾ ਉਪਦੇਸ਼ ਸੁਣ ਕੇ ਮਰਨਾ ਚਾਹੁੰਦਾ, ਜਾਣਾ ਚਾਹੁੰਦਾ ਸੰਸਾਰ ਦੇ ਵਿੱਚ। ਇੱਕ ਮੁਸਲਮਾਨ ਫਕੀਰ ਇਹ ਮੰਗਦਾ, ਫਿਰ ਜਦੋਂ ਬਾਜਾਂ ਵਾਲੇ ਪਟਨਾ ਸਾਹਿਬ ਤੋਂ ਤੁਰੇ ਆ ਨਾ ਜੀ, ਲਖਨਊ ਸਾਹਿਬ ਸਥਾਨ ਆਉਂਦਾ, ਉੱਥੇ ਜਾ ਕੇ ਪੀਰ ਭੀਖਣ ਸ਼ਾਹ महाराज दे दारे करन गया सी। उत्थे उपदेश सुनिया महाराज दा, ते जाके गुरमुख प्यारिओ गुरु साहब दे चरणां 'च जदों डिग्गिया ना लखनऊ साहब, भीखण साहब फकीर चेलियां ने जिहड़े दूजे सी शंका कीती भी इन्नी उम्र दा फकीर है, आ एक बच्चे दे पैरां 'च डिग्गी जांदा है, पर ਉਹ ਕੀ ਜਾਣ ਲੱਗੀਆਂ ਵਾਲਿਆਂ ਦੀਆਂ ਰਾਮਜਾਂ ਕੀ ਹੁੰਦੀਆਂ ਨੇ। ਤੇ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਨੇ ਪਿੱਛੇ ਹਟ ਕੇ पीर जी को, पीर भीखण साहब को अपने जफे दे अपने कलावे दे विच बुखड़ दे विच ले लिया जी। इतना प्रेम। सो धन दशमेश पिता जी ने दर्शन दिते, उन्हें कहा महाराज तुसी, मैं तो तुहानू परचा पाता, मैनू ना परचा पा दिओ। सो सतगुरां दे आउण दियां संगतां, सतगुरां दे आगमन पुरब दियां समूह संगतां नूं भाई लख लख वधाइयां होण। मालिक मेहर करे, कृपा करे, सब दे सिर ते मेरा भरिया हथ रखे। सारा ही नगर तन मन धन दे नाल सेवावां निभा रहे ने। कई दिनों तो तैयारियां चल रही सन। परसों गोगा गुरु गुरबाणी दे जाप आरंभ हुए, निर्विघ्न समाप्ति हुई। कुछ सवा सतगुरां दे जीवन दीयां आपां विचारां कीतीआं ने। उन्हां दे जीवन दीयां विचारां इतनियां डूंघियां ने, इन्नियां उच्चियां सूचियां ने, असीं उन्हां दी तारीफ, उन्हां दे कीते होए परोपकार जिहड़े आ असीं बयान नहीं कर सकदे। बस उपदेश की है जी, समझाना की है, इथों सीखना की है भाई आपां ने। ओ किते भुल ना जाए भला मेरिया, हर विचार बना
ਜਦੋਂ ਮਨ ਡੋਲੇ, ਜਦੋਂ ਮਨ ਡੋਲੇ। ਦੇਖਿਓ ਜੀ ਜਦੋਂ ਮਨ ਡੋਲੇ, ਜਦੋਂ ਮਨ ਡੋਲੇ। ਲੱਖ ਲੱਖ ਵਧਾਈਆਂ ਨੇ ਜਿਨ੍ਹਾਂ ਵੀ ਵੀਰ ਭਰਾਵਾਂ ਨੇ, ਮਾਤਾਵਾਂ ਭੈਣਾਂ ਨੇ ਇਸ ਮਹਾਨ ਕੁੰਭ ਦੇ ਵਿੱਚ ਆਪਣੇ ਤਨਮਾਂ ਧਨ ਨਾਲ ਸੇਵਾਵਾਂ ਨਿਭਾਈਆਂ ਨੇ। ਸਤਿਗੁਰ ਕਿਰਪਾ ਕਰਨ, ਸਭ ਦੀਆਂ ਕੀਤੀਆਂ ਹੋਈਆਂ ਸੇਵਾਵਾਂ